ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਵੇਕ ਦੇ ਇਸ 6ਵੇਂ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਪੁਸ਼ਪਿੰਦਰ ਕੌਰ, ਮੈਂ ਭੁਪਿੰਦਰ ਸਿੰਘ ਭਾਈ ਖੇਲ। ਇਸ ਅੰਕ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 6ਵੇਂ ਅੰਗ ਤੇ ਦਰਜ ਬਾਣੀ ਅਰਥਾਤ ਜਪਜੀ ਸਾਹਿਬ ਦੀਆਂ 27ਵੀਂ ਤੋਂ 29ਵੀਂ ਪੌੜੀ ਤੱਕ ਦੇ ਅਰਥ ਸਮਝਾਂਗੇ। ਨਾਮ ਦੀ ਭਗਤੀ ਨੂੰ ਦ੍ਰਿੜ ਕਰਾਉਣ ਵਾਲੀਆਂ ਪਿਛਲੀਆਂ ਪੌੜੀਆਂ ਵਿੱਚ ਜੋ ਕੇਂਦਰੀ ਵਿਚਾਰ ਸੀ, ਕੁਦਰਤ ਕਵਣ ਕਹਾ ਵਿਚਾਰ, ਵਾਰਿਅਨ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕਿ ਕੁਦਰਤ ਦਾ ਬਿਆਨ ਕਰਨ ਦੀ ਸ਼ਕਤੀ ਕਿਸੇ ਵੀ ਜੀਵ ਵਿੱਚ ਨਹੀਂ ਹੈ। ਮਨੁੱਖ ਤਾਂ ਇਸ ਤੋਂ ਬਲਿਹਾਰ ਜਾ ਸਕਦਾ ਹੈ, ਪਰ ਇਹ ਸਪਸ਼ਟ ਹੈ ਕਿ ਇਹ ਖੇਲ ਉਸ ਦੀ ਆਪਣੀ ਕਾਰ ਹੈ ਅਤੇ ਨਿਸ਼ਚੈ ਹੀ ਭਲੀ ਹੈ, ਚੰਗੀ ਹੈ। ਇਹ ਸਾਰਾ ਆਕਾਰ ਨਿਰੰਕਾਰ ਵਿੱਚੋਂ ਪੈਦਾ ਹੋਇਆ ਹੈ। ਉਹੀ ਕਾਰਨ ਹੈ। ਉਸ ਦੀ ਇੱਛਾ ਜਾਂ ਉਸ ਦੇ ਭਾਣੇ ਵਿੱਚ ਹੀ ਪੰਜ ਤੱਤ ਪੈਦਾ ਹੋਏ ਹਨ। ਉਸ ਦੀ ਇੱਛਾ ਨਾਲ ਹੀ ਜੀਵਾਂ ਦੇ ਕਰਮ ਅਤੇ ਪ੍ਰਤੀਕਰਮਾਂ ਦਾ ਨਿਰਣਾ ਹੁੰਦਾ ਹੈ। ਉਹ ਆਪਣੀ ਇੱਛਾ ਨਾਲ ਹੀ ਆਪਣੇ ਤਾਣ, ਆਪਣੇ ਰੂਪ, ਆਪਣੀ ਦਾਤ ਨੂੰ ਪ੍ਰਗਟ ਕਰਦਾ ਹੈ। ਉਸ ਦਾ ਪਸਾਰਾ ਬੇਅੰਤ ਅਤੇ ਅਨੇਕਾਂ ਰੂਪਾਂ ਵਾਲਾ ਹੈ। ਅਸੀਂ ਜਾਣਿਆ ਕਿ ਪਰਮਾਤਮਾ ਅਮੁੱਲ ਹੈ। ਆਪਣੇ ਗੁਨਾਹ ਕਰਕੇ, ਨਿਆਂ ਕਰਕੇ ਅਤੇ ਬਖਸ਼ਿਸ਼ ਕਰਕੇ ਉਸ ਨੂੰ ਅਮੁੱਲ ਕਹਿ ਕੇ ਹੀ ਉਸ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਉਸ ਨਾਲ ਪ੍ਰੇਮ ਕੀਤਾ ਜਾ ਸਕਦਾ ਹੈ। ਅਮੁੱਲ ਨੂੰ ਪ੍ਰੇਮ ਕਰਦਿਆਂ ਜੀਵ ਵਿੱਚ ਉਸ ਅਮੁੱਲ ਦੇ ਗੁਣ ਆ ਜਾਂਦੇ ਹਨ ਅਤੇ ਜੀਵ ਵੀ ਅਮੁੱਲ ਹੋ ਜਾਂਦਾ ਹੈ। ਅਮੁੱਲ ਨੂੰ ਪ੍ਰੇਮ ਕਰਨ ਨਾਲ ਮਨੁੱਖ ਅਮੁੱਲ ਵਿੱਚ ਹੀ ਸਮਾ ਜਾਂਦਾ ਹੈ। ਇਸ ਐਪੀਸੋਡ ਦੀ ਸ਼ੁਰੂਆਤ ਜਪਜੀ ਦੀ 27ਵੀਂ ਪੌੜੀ ਸੋਦਰ ਤੋਂ ਹੋ ਰਹੀ ਹੈ। ਸੋਦਰ ਦਾ ਅਰਥ ਹੈ ਉਹ ਦਰ, ਭਾਵ ਪਰਮਾਤਮਾ ਦਾ ਦਰ, ਦਰਵਾਜ਼ਾ। ਇਸ ਸੋਦਰ ਦੀ ਪੌੜੀ ਬਾਰੇ ਕੁਝ ਤੱਥ ਬੜੇ ਹੀ ਦਿਲਚਸਪ ਹਨ। ਪਹਿਲਾ ਇਹ ਕਿ ਸੋਦਰ ਦੀ ਇਹ ਪੌੜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 3 ਵਾਰੀ 3 ਥਾਵਾਂ ਤੇ ਅੰਕਿਤ ਹੈ। ਹੋਰ ਕੋਈ ਸ਼ਲੋਕ, ਸ਼ਬਦ ਜਾਂ ਪੌੜੀ ਇੱਕੋ ਰੂਪ ਵਿੱਚ 3 ਵਾਰੀ ਨਹੀਂ ਆਉਂਦਾ। ਇਹ ਪੌੜੀ ਜਪਜੀ, ਰਹਿਰਾਸ ਅਤੇ ਆਸਾ ਰਾਗ ਦੇ ਆਰੰਭ ਵਿੱਚ ਦਰਜ ਹੈ। ਇਹ ਪੌੜੀ ਜਪਜੀ, ਰਹਿਰਾਸ ਅਤੇ ਆਸਾ ਰਾਗ ਦੇ ਆਰੰਭ ਵਿੱਚ ਦਰਜ ਹੈ। ਇਸ ਤਰ੍ਹਾਂ ਨਿਤਨੇਮ ਵਿੱਚ 2 ਵਾਰੀ ਆਇਆ ਹੈ ਇਹ ਸ਼ਬਦ। ਇਸ ਪੌੜੀ ਨੂੰ ਦੋਵੇਂ ਵਕਤ ਪੜ੍ਹਿਆ ਜਾਂਦਾ ਹੈ, ਅੰਮ੍ਰਿਤ ਵੇਲੇ ਜਪਜੀ ਵਿੱਚ ਅਤੇ ਸੰਧਿਆ ਸਮੇਂ ਰਹਿਰਾਸ ਵਿੱਚ। ਡਾਕਟਰ ਤਾਰਨ ਸਿੰਘ ਲਿਖਦੇ ਹਨ ਕਿ ਇਸ ਪੌੜੀ ਦੇ ਅਰਥ ਸਮਝਣ ਲੱਗਿਆਂ ਇਸ ਨੂੰ ਇਹਨਾਂ ਦ੍ਰਿਸ਼ਟੀਕੋਣਾਂ ਨਾਲ ਵਿਚਾਰਨਾ ਹੈ। ਸੋਦਰ ਕਿੱਥੇ ਹੈ? ਸੋਦਰ ਦੇ ਪਸਾਰੇ ਵਿੱਚ ਕੀ ਕੁਝ ਹੈ? ਸੋਦਰ ਵਿੱਚ ਕੀ ਕੁਝ ਹੋ ਰਿਹਾ ਹੈ? ਸੋਦਰ ਦੇ ਮਾਲਕ ਦਾ ਸਰੂਪ ਕੀ ਹੈ? ਸਾਡੇ ਜੀਵਨ ਲਈ ਕੀ ਪ੍ਰੇਰਨਾ ਦਿੰਦਾ ਹੈ ਸੋਦਰ? ਸੋਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸਮਾਲੇ, ਵਾਜੇ ਨਾਦ ਅਨੇਕ ਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਭਰੀ ਸੋ ਕਹੀਨ, ਕੇਤੇ ਗਾਵਣ ਹਾਰੇ। ਪਦ ਅਰਥ ਕਿਹਾ ਕਿਹੋ ਜਿਹਾ, ਬੜਾ ਅਚਰਜ, ਦਰ ਦਰਵਾਜ਼ਾ, ਜਿੱਤ ਜਿੱਥੇ, ਬਹਿ ਬੈਠ ਕੇ, ਸਰਬ ਸਾਰੇ ਜੀਵਾਂ ਨੂੰ, ਸੰਭਾਲੇ ਤੂੰ ਸੰਭਾਲ ਕੀਤੀ ਹੈ, ਨਾਦ ਆਵਾਜ਼, ਸ਼ਬਦ, ਰਾਗ, ਵਾਵਣਹਾਰੇ ਵਜਾਉਣ ਵਾਲੇ, ਪਰੀ ਰਾਗਨੀ, ਸਿਓ ਸਮੇਤ ਸਣੇ, ਪਰੀ ਸਿਓ ਪਰੀਆਂ ਸਮੇਤ, ਰਾਗਣੀਆਂ ਸਮੇਤ, ਕਹੀਨ ਕਹੀਦੇ ਹਨ, ਆਖੇ ਜਾਂਦੇ ਹਨ। ਉਹ ਦਰ ਘਰ ਬੜਾ ਹੀ ਅਚਰਜ ਹੈ ਜਿੱਥੇ ਬਹਿ ਕੇ ਹੇ ਨਿਰੰਕਾਰ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ। ਤੇ ਇਸ ਰਚੀ ਹੋਈ ਕੁਦਰਤ ਵਿੱਚ ਅਨੇਕਾਂ ਤੇ ਅਣਗਿਣਤ ਵਾਜੇ ਅਤੇ ਰਾਗ ਹਨ। ਬੇਅੰਤ ਹੀ ਜੀਵ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਹਨ। ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ ਇਹਨਾਂ ਰਾਗਾਂ ਦੇ ਗਾਉਣ ਵਾਲੇ ਹਨ ਜੋ ਤੈਨੂੰ ਗਾ ਰਹੇ ਹਨ। ਗਾਵੇ ਦੋਨੋਂ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਤੁਹਾਨੂੰ ਤੈਨੂੰ ਹੇ ਅਕਾਲ ਪੁਰਖ, ਤੈਨੂੰ ਰਾਜਾ ਧਰਮ ਰਾਜ ਦੁਆਰੇ ਤੇਰੇ ਦਰ ਤੇ, ਹੇ ਨਿਰੰਕਾਰ ਚਿੱਤਰਗੁਪਤ, ਉਹ ਵਿਅਕਤੀ ਜੋ ਜਮਲੋਕ ਵਿੱਚ ਰਹਿ ਕੇ ਸੰਸਾਰ ਦੇ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਲੇਖਾ ਲਿਖ। ਪੁਰਾਤਨ ਹਿੰਦੂ ਮਤ ਦੀਆਂ ਧਰਮ ਪੁਸਤਕਾਂ ਵਿੱਚ ਇਹ ਖਿਆਲ ਤੁਰਿਆ ਆਉਂਦਾ ਹੈ, ਧਰਮ ਰਾਜ, ਲਿਖ ਕੇ, ਭਾਵ ਜੋ ਕੁਝ ਉਹ ਚਿੱਤਰਗੁਪਤ ਲਿਖਦੇ ਹਨ। ਬੈਸੰਤਰ ਅੱਗ। ਅਰਥ हे ਨਿਰੰਕਾਰ,
ਪੌਣ ਪਾਣੀ ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮਰਾਜ ਤੇਰੇ ਦਰ ਤੇ ਖਲੋ ਕੇ ਤੈਨੂੰ ਵਡਿਆ ਰਿਹਾ ਹੈ। ਉਹ ਚਿਤਰਗੁਪਤ ਵੀ ਜੋ ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਹੀ ਕਰ ਰਹੇ ਹਨ। गावे ईश्वर ब्रह्मा देवी सोहन सदा सवारे, गावे इंद्र इदासन बैठे देवते आदर नाले। पदार्थ ईश्वर शिव, ब्रह्मा ब्रह्मा, देवी देवियां सोहन शोभदे हन, सोहणे लगदे हन। सवारे तेरे सवारे होए इंद इंद्र देवते, इदासन इद आसन इंद्र दे आसन उत्ते, दर तेरे दरवाजे उत्ते ਨਾਲੇ देवतियां नाले देवतियां ਸਮੇਤ। ਅਰਥ ਹੀ ਅਕਾਲ ਪੁਰਖ, ਦੇਵੀਆਂ, ਸ਼ਿਵ ਅਤੇ ਬ੍ਰਹਮਾ ਜੋ ਤੇਰੇ ਸਵਾਰੇ ਹੋਏ ਹਨ ਤੈਨੂੰ ਹੀ ਗਾ ਰਹੇ ਹਨ। ਕਈ ਇੰਦਰ ਆਪਣੇ ਤਖਤ ਤੇ ਬੈਠੇ ਹੋਏ ਦੇਵਤਿਆਂ ਦੇ ਸਮੇਤ ਤੇਰੇ ਦਰ ਤੇ ਤੈਨੂੰ ਸਲਾਹ ਰਹੇ ਹਨ। गावे सिद्ध समाधि अंदर गावन साध विचारे, गावन जति सती संतोखी गावे वीर करारे। समाधि अंदर समाधि विच जुड़ के समाधि ला के सिद्ध पुरातन संस्कृति पुस्तकां विच सिद्ध ਉਹ ਵਿਅਕਤੀ ਮੰਨੇ ਗਏ ਹਨ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਉਤਾਂ ਅਤੇ ਦੇਵਤਿਆਂ ਤੋਂ ਹੇਠਾਂ ਮੰਨੇ ਗਏ ਹਨ। ਇਹ ਸਿੱਧ ਪਵਿੱਤਰਤਾ ਦੇ ਪੁੰਜ ਅਤੇ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਹਨ। ਵਿਚਾਰੇ ਵਿਚਾਰ ਕੇ ਸਤੀ ਦਾਨੀ ਦਾਨ ਕਰਨ ਵਾਲੇ, ਵੀਰ ਕਰਾਰੇ ਤਕੜੇ ਸੂਰਮੇ। ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰਕੇ ਤੈਨੂੰ ਸਲਾਹ ਰਹੇ ਹਨ। ਜਤ ਧਾਰੀ, ਦਾਨ ਕਰਨ ਵਾਲੇ ਅਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ ਬੇਅੰਤ ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ। ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੇ। ਪੜਨ ਪੜਦੇ ਹਨ ਰੱਖੀ ਸਰ ਰਿਖੀ ਈਸਰ, ਵੱਡੇ ਵੱਡੇ ਰਿਖੀ ਮਹਾਰਿਖੀ ਜੁਗ ਜੁਗ ਹਰੇਕ ਯੁਗ ਵਿੱਚ ਸਦਾ। ਵੇਦਾਂ ਨਾਲੇ ਵੇਦਾਂ 'ਚ ਸੁਣੇ, ਮੋਹਣੀਆਂ ਸੁੰਦਰ ਇਸਤਰੀਆਂ, ਮੱਛ ਮਾਤ ਲੋਕ ਵਿੱਚ, ਪਿਆਲੇ ਪਤਾਲ ਵਿੱਚ। ਹੇ ਅਕਾਲ ਪੁਰਖ, ਪੰਡਿਤ ਅਤੇ ਮਹਾਰਿਸ਼ੀ ਜੋ ਵੇਦਾਂ ਨੂੰ ਪੜ੍ਹਦੇ ਹਨ ਵੇਦਾਂ ਸਣੇ ਤੈਨੂੰ ਗਾ ਰਹੇ ਹਨ। ਸੁੰਦਰ ਇਸਤਰੀਆਂ ਜੋ ਸਵਰਗ, ਮਾਤ ਲੋਕ ਤੇ ਪਾਤਾਲ ਲੋਕ ਵਿੱਚ ਭਾਵ ਹਰ ਥਾਂ ਤੇ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ ਤੈਨੂੰ ਗਾ ਰਹੀਆਂ ਹਨ। ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ, ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ। ਪਦਾਰਥ ਉਪਾਏ ਤੇਰੇ ਤੇਰੇ ਪੈਦਾ ਕੀਤੇ ਹੋਏ 68 68 ਤੀਰਥ ਨਾਲੇ ਨਾਲੇ ਤੀਰਥ ਤੀਰਥਾਂ ਸਮੇਤ, ਜੋਧ ਜੋਧੇ, ਮਹਾਬਲ ਵੱਡੇ ਬਲ ਵਾਲੇ, ਸੂਰਾ ਸੂਰਮੇ, ਖਾਣੀ ਚਾਰੇ ਚਾਰੇ ਖਾਣੀਆਂ, ਅੰਡਜ ਜੇਰਜ ਸੇਤਜ ਅਤੇ ਉਤਪਜ। ਖਾਣੀ ਖਾਣ ਜਿਸ ਨੂੰ ਪੁੱਟ ਕੇ ਵਿੱਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ। ਇਹ ਸੰਸਕ੍ਰਿਤ ਦੇ ਖਨ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਪੁੱਟਣਾ। ਖਾਣੀ ਚਾਰੇ ਪੁਰਾਤਨ ਸਮੇਂ ਤੋਂ ਇਹ ਖਿਆਲ ਹਿੰਦੂ ਧਰਮ ਪੁਸਤਕਾਂ ਵਿੱਚ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੜ ਚੇਤਨ ਪਦਾਰਥ ਦੇ ਬਣਨ ਦੀਆਂ 4 ਖਾਣਾਂ ਹਨ: ਅੰਡਾ, ਜਿਉਰ, ਮੁੜਕਾ ਅਤੇ ਆਪਣੇ ਆਪ ਉੱਗ ਪੈਣਾ। ਚਾਰੇ ਖਾਣੀ ਦਾ ਇੱਥੇ ਭਾਵ ਹੈ ਚੌਹਾਂ ਹੀ ਖਾਣਾਂ ਦੇ ਜੀਵ ਜੰਤ ਅਰਥਾਤ ਸਾਰੀ ਰਚਨਾ। ਖੰਡ ਟੋਟਾ ਟੁਕੜਾ, ਬ੍ਰਹਿਮੰਡ ਦਾ ਟੁਕੜਾ ਭਾਵ ਹਰੇਕ ਧਰਤੀ। ਮੰਡਲ ਚੱਕਰ, ਬ੍ਰਹਿਮੰਡ ਦਾ ਇੱਕ ਚੱਕਰ ਜਿਸ ਵਿੱਚ ਇੱਕ ਸੂਰਜ, ਇੱਕ ਚੰਦਰਮਾ ਤੇ ਧਰਤੀ ਆਦਿ ਗਿਣੇ ਜਾਂਦੇ ਹਨ। ਵਰਪੰਡਾ ਸਾਰੀ ਸ੍ਰਿਸ਼ਟੀ। ਕਰ ਕਰ ਬਣਾ ਕੇ ਰਚ ਕੇ ਧਾਰੇ ਟਿਕਾਏ ਹੋਏ। ਅਰਥ ਹੈ ਨਿਰੰਕਾਰ ਤੇਰੇ ਪੈਦਾ ਕੀਤੇ ਹੋਏ ਰਤਨ 68 ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ। ਵੱਡੇ ਬਲ ਵਾਲੇ ਯੋਧੇ ਅਤੇ ਸੂਰਮੇ ਤੇਰੀ ਸਿਫਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀ ਜੰਤ ਤੈਨੂੰ ਗਾ ਰਹੇ ਹਨ। ਸਾਰੀ ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ ਜੋ ਤੂੰ ਪੈਦਾ ਕਰਕੇ ਟਿਕਾ ਰੱਖੇ ਹਨ ਤੈਨੂੰ ਗਾ ਰਹੇ ਹਨ। ਸਹੀ ਤੁਧਨੋ ਗਾਵੇ ਜੋ ਤੁਧ ਪਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਪਦ ਅਰਥ ਸਹੀ ਉਹੀ ਜੀਵ ਤੁਧ ਭਾਵਨ ਤੈਨੂੰ ਚੰਗੇ ਲੱਗਦੇ ਹਨ, ਰੱਤੇ ਰੰਗੇ ਹੋਏ, ਪ੍ਰੇਮ ਵਿੱਚ ਮੱਤੇ ਹੋਏ,
रसाले रस आले रस दे घर रसीए होर केते अनेकां होर जी। मैं चित मेरे चित विच, मैं चित ना आवन मेरे चित विच नहीं आउंदे, मैथों गिने नहीं जा सकते, मेरी विचार तो परे हन। क्या विचारे की विचार करे। अर्थ, हे अकाल पुरख, असल ਵਿੱਚ ਤਾਂ ਉਹ ਤੇਰੇ ਪ੍ਰੇਮ ਵਿੱਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ। ਭਾਵ ਉਹਨਾਂ ਦਾ ਹੀ ਗਾਉਣਾ ਸਫਲ ਹੈ ਜੋ ਤੈਨੂੰ ਚੰਗੇ ਲੱਗਦੇ ਹਨ। ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ ਜਿਹੜੇ ਮੈਥੋਂ ਗਿਣੇ ਵੀ ਨਹੀਂ ਜਾ ਸਕਦੇ। ਭਲਾ ਨਾਨਕ ਵਿਚਾਰਾ ਕੀ ਵਿਚਾਰ ਕਰ ਸਕਦਾ ਹੈ। सोई सोई सदा सच साहिब साचा साची नाई, है भी होसी जाए न जासी रचना जिन रचाई। पदार्थ सच स्थिर रहने वाला अटल, नाई वडियाई, होसी होवेगा स्थिर रहेगा, जाए ना जमदा नहीं ना जासी ना ही मरेगा। जिन जिस अकाल पुरख ने रचाई पैदा की है। अर्थ, जिस अकाल पुरख ने ये सृष्टि पैदा की है वो ऐस वेले मौजूद है, सदा रहेगा, ना वो जम्या है ते ना ही मरेगा। वो अकाल पुरख सदा स्थिर है, वो मालक सच्चा है, उसकी वडियाई भी सदा अटल है। रंगी रंगी पाती कर कर जिनसी माया जिन्नो पाई, कर कर वेख्या कीता अपना जीव तिसदी वडियाई। पदार्थ रंगी रंगी रंगा रंगां दी कई रंगां दी, भाती कई किस्मां दी, कर कर पैदा करके, जिनसी कई जिनसां दी, जिन जिस अकाल पुरख ने वेख्या संभाल करदा है, कीता अपना अपना रचिया होया जगत, जिव जिवें वडियाई रजा। अर्थ, जिस अकाल पुरख ने कई रंगां किस्मां ते जिनसां दी माया रच दित्ती है, ਉਹ ਜਿਵੇਂ ਉਸ ਦੀ ਰਜ਼ਾ ਹੈ। ਭਾਵ ਜਿਹੜਾ ਵੱਡਾ ਆਪ ਹੈ ਉਹਨੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਵੀ ਕਰ ਰਿਹਾ ਹੈ। जो जिस भावे सोई करसी हुक्म न करना जाई, सो पातशाह साहपात साहिब नानक रहन रजाई। पदार्थ करसी करेगा, ना करना जाए नहीं किया जा सकता। साहपात साहिब शाहां दा पातशाह, रहन रहना हो सकता है, रहना फबदा है। रजाई अकाल पुरख दी रजा विच। अर्थ, जो कुछ अकाल पुरख ਨੂੰ ਭਾਉਂਦਾ ਹੈ ਉਹ ਹੀ ਕਰੇਗਾ। ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ। ਉਸ ਨੂੰ ਇਹ ਨਹੀਂ ਆਖ ਸਕਦੇ ਇਉਂ ਨਾ ਕਰੀ ਇਉਂ ਕਰ। ਅਕਾਲ ਪੁਰਖ ਪਾਤਸ਼ਾਹ ਹੈ, ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। हे ਨਾਨਕ, ਜੀਵਾਂ ਨੂੰ ਉਸ ਦੀ ਰਜ਼ਾ ਵਿੱਚ ਰਹਿਣਾ ਹੀ ਫਬਦਾ ਹੈ। ਭਾਵ ਕਈ ਰੰਗਾਂ ਦੀ, ਕਈ ਕਿਸਮਾਂ ਦੀ, ਕਈ ਜਿਨਸਾਂ ਦੀ ਬੇਅੰਤ ਰਚਨਾ ਕਰਤਾਰ ਨੇ ਰਚੀ ਹੈ। इस बेअंत सृष्टि की संभाल भी वो आप ही कर रहा है, क्योंकि वो आप ही एक ऐसा है जो सदा कायम रहने वाला है। जगत में ऐसा कौन है जो यह दम मार सके कि किहो जे स्थान ते बैठ के वो सिरजनहार इस बेअंत रचना की संभाल करता है। किसी मनुख की ऐसी पाया ही नहीं। मनुख नूं बस इक्को गल फबदी है कि प्रभु की रजा विच रहे। यही है वसीला प्रभु नालों वित मिटाउण दा, ਤੇ ਇਹੀ ਹੈ ਇਸ ਦੇ ਜੀਵਨ ਦਾ ਮਨੋਰਥ। ਵੇਖੋ, ਹਵਾ ਪਾਣੀ ਆਦਿਕ ਤੱਤਾਂ ਤੋਂ ਲੈ ਕੇ ਉੱਚੇ ਜੀਵਨ ਵਾਲੇ ਮਹਾਂਪੁਰਖਾਂ ਤੱਕ ਸਭ ਆਪੋ ਆਪਣੇ ਹੋਣ ਦੇ ਮਨੋਰਥ ਨੂੰ ਸਫਲ ਕਰ ਰਹੇ ਹਨ। ਭਾਵ ਉਸ ਦੇ ਹੁਕਮ ਵਿੱਚ ਮਿਲੀ ਕਾਰ ਕਰੀ ਜਾ ਰਹੇ ਹਨ। ਇਸ ਤੋਂ ਅੱਗੇ ਦੀਆਂ 4 ਪੌੜੀਆਂ, ਪੌੜੀ ਨੰਬਰ 28 ਤੋਂ 31 ਵਿੱਚ ਅਸੀਂ ਜਾਣਾਂਗੇ ਕਿ ਸਾਰੇ ਸੰਸਾਰ ਦੇ ਪੈਦਾ ਕਰਨ ਵਾਲੇ ਅਤੇ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਹੀ ਸਾਨੂੰ ਰਜ਼ਾ ਵਿੱਚ ਟਿਕਾ ਕੇ ਪ੍ਰਭੂ ਨਾਲੋਂ ਜੀਵ ਦੀ ਵਿਥ ਮਿਟਾ ਸਕਦਾ ਹੈ। ਇੱਥੇ ਅੱਜ ਇਸ ਦੀਆਂ 2 ਪੌੜੀਆਂ ਨੂੰ ਸਮਝਦੇ ਹਾਂ। मुंदा संतोख सरमपत चोली ध्यान की करे विभूत, खिंथा काल कुआरी काया जुगत डंडा प्रतीत। पदार्थ मुंदा मुंदरा, सरम उद्दम मेहनत, पत पात्र खप्पर। श्री गुरु ग्रंथ साहिब जी विच ਇਹ ਸ਼ਬਦ ਤਿੰਨਾਂ ਰੂਪਾਂ ਵਿੱਚ ਆਉਂਦਾ ਹੈ। ਪਤ ਤੱਤੇ ਨੂੰ ਸਿਆਰੀ, ਪਤ ਤੱਤਾ ਮੁਕਤਾ, ਪਤ ਤੱਤੇ ਨੂੰ ਔਂਕੜ। ਪੰਜਾਬੀ ਵਿੱਚ ਭਾਵੇਂ ਇਹ ਇੱਕੋ ਸ਼ਬਦ ਹੀ ਪ੍ਰਤੀਤ ਹੁੰਦਾ ਹੋਵੇ, ਪਰ ਇਹ ਵੱਖੋ ਵੱਖਰੇ ਤਿੰਨੋਂ ਹੀ ਸੰਸਕ੍ਰਿਤ ਵਿੱਚੋਂ ਆਏ ਹਨ। ਸ਼ਬਦ ਪਤ ਤੱਤੇ ਤੇ ਸਿਆਰੀ
ਦਾ ਸੰਸਕ੍ਰਿਤ ਵਿੱਚ ਅਰਥ ਹੈ ਪਤੀ, ਖਸਮ, ਮਾਲਕ। ਪੰਜਾਬੀ ਵਿੱਚ ਇਸ ਦਾ ਇੱਕ ਹੋਰ ਅਰਥ ਵੀ ਵਰਤਿਆ ਜਾਂਦਾ ਹੈ, ਇੱਜ਼ਤ, ਆਬਰੂ। ਸ਼ਬਦ ਪਤ ਤੱਤੇ ਨੂੰ ਔਂਕੜ ਇੱਕ ਵਚਨ ਹੈ। ਸੰਸਕ੍ਰਿਤ ਵਿੱਚ ਪਾਤਰ ਹੈ, ਜਿਸ ਦਾ ਅਰਥ ਹੈ ਭਾਂਡਾ, ਪਿਆਲਾ, ਖੱਪਰ। ਇਸ ਦਾ ਬਹੁਵਚਨ ਹੈ ਪਤ, ਤੱਤਾ ਮੁਕਤਾ। ਕਰਹਿ ਜੇ ਤੂੰ ਬਣਾਏ, ਵਿਭੂਤ ਗੋਇਆਂ ਦੀ ਸੁਆ। ਖਿੰਥਾ ਗੋਦੜੀ, ਕਾਲ ਮੌਤ, ਕੁਆਰੀ ਕਾਇਆ ਕੁਆਰਾ ਸਰੀਰ, ਵਿਸ਼ੇ ਵਿਕਾਰਾਂ ਤੋਂ ਬਚਿਆ ਹੋਇਆ ਸਰੀਰ, ਵਿਕਾਰਾਂ ਤੋਂ ਅਛੋਕ ਆਇਆ। ਜੁਗਤ ਜੋਗ ਮਤ ਦੀ ਰਹਿਤ, ਪ੍ਰਤੀਤ ਸ਼ਰਧਾ, ਯਕੀਨ। ਅਰਥ, ਹੇ ਜੋਗੀ, ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਏ, ਮਿਹਨਤ ਨੂੰ ਖੱਪਰ ਤੇ ਝੋਲੀ ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ ਆਪਣੇ ਪਿੰਡੇ ਤੇ ਮਲੇ, ਮੌਤ ਦਾ ਭਉ ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਮਰਿਆਦਾ ਹੋਵੇ, ਅਤੇ ਸ਼ਰਧਾ ਨੂੰ ਡੰਡਾ ਬਣਾਏ, ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਈ ਪੰਥੀ ਜੋਗੀਆਂ ਦਾ ਇੱਕ ਫਿਰਕਾ ਹੈ। ਆਈ ਪੰਥੀ ਜੋਗੀਆਂ ਦੇ 12 ਫਿਰਕੇ ਹਨ। ਉਹਨਾਂ ਵਿੱਚੋਂ ਸਭ ਤੋਂ ਉੱਚਾ ਆਈ ਪੰਥ ਗਿਣਿਆ ਜਾਂਦਾ ਹੈ। ਪੰਥੀ ਆਈ ਪੰਥ ਵਾਲਾ, ਆਈ ਪੰਥ ਨਾਲ ਸੰਬੰਧ ਰੱਖਣ ਵਾਲਾ। ਸਗਲ ਸਾਰੇ ਜੀਵ, ਜਮਾਤੀ ਇੱਕੋ ਹੀ ਪਾਠਸ਼ਾਲਾ ਵਿੱਚ, ਇੱਕੋ ਹੀ ਸ਼੍ਰੇਣੀ ਵਿੱਚ ਪੜ੍ਹਨ ਵਾਲੇ, ਕਲਾਸ ਫੈਲੋਜ਼, ਇੱਕ ਥਾਂ ਮਿਲ ਬੈਠਣ ਵਾਲੇ ਮਿੱਤਰ ਸੱਜਣ। ਮਨ ਜੀਤੇ, ਮਨ ਨੂੰ ਜਿੱਤਿਆ ਜੇ ਮਨ ਜਿੱਤਿਆ ਜਾਏ। ਨਾਏ ਮੰਨਿਆ ਜੇ ਨਾਮ ਮੰਨ ਲਈਏ। ਆਦੇਸ, ਪ੍ਰਣਾਮ, ਨਮਸਕਾਰ ਤਿਸੈ ਉਸੇ ਹੀ ਅਕਾਲ ਪੁਰਖ ਨੂੰ। ਆਦ ਮੁੱਢ ਤੋਂ, ਅਨੀਲ ਕਲੰਕ ਰਹਿਤ, ਪਵਿੱਤਰ ਸ਼ੁੱਧ ਸਰੂਪ। ਅਨਾਦ ਜਿਸ ਦਾ ਕੋਈ ਮੁੱਢ ਨਹੀਂ ਹੈ। ਅਨਾਹਤ, ਅਨਆਹਤ, ਆਹਤ ਨਾਸ, ਛੈ, ਖੈ। ਇਸ ਸ਼ਬਦ ਦਾ ਸੰਸਕ੍ਰਿਤ ਧਾਤੂ ਹਨ ਹੈ, ਜਿਸ ਦਾ ਅਰਥ ਹੈ ਮਾਰਨਾ, ਨਾਸ਼ ਕਰਨਾ। ਅਨਾਹਤ ਨਾਸ ਰਹਿਤ, ਇੱਕ ਰਸ। ਜੁਗ ਜੁਗ ਹਰੇਕ ਯੁੱਗ ਵਿੱਚ, ਸਦਾ। ਵੇਸ ਰੂਪ। ਅਰਥ, ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ, ਅਸਲ ਵਿੱਚ ਉਹੀ ਆਈ ਪੰਥੀ ਵਾਲਾ ਹੈ। ਜੇ ਆਪਣਾ ਮਨ ਜਿੱਤਿਆ ਜਾਏ ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ। ਭਾਵ ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ। ਸੋ ਕੂੜ ਦੀ ਕੰਧ ਦੂਰ ਕਰਨ ਲਈ ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ, ਜੋ ਸਭ ਦਾ ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ, ਜੋ ਨਾਸ਼ ਰਹਿਤ ਹੈ ਅਤੇ ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ। ਇਸ ਪੌੜੀ ਦਾ ਭਾਵ ਹੈ ਕਿ ਜੋਗ ਮਤ ਤੇ ਚਿੰਤਾ, ਮੁੰਦਰਾਂ, ਝੋਲੀ ਆਦਿ ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਉਣ ਦੇ ਕਾਬਲ ਨਹੀਂ ਹਨ, ਬਲਕਿ ਪ੍ਰਭੂ ਦਾ ਸਿਮਰਨ ਹੀ ਇਹ ਵਿੱਥ ਮਿਟਾ ਸਕਦਾ ਹੈ। ਜਿਉਂ-ਜਿਉਂ ਸਦਾ ਸਥਿਰ ਪ੍ਰਭੂ ਦੀ ਯਾਦ ਵਿੱਚ ਜੁੜਾਂਗੇ, ਸੰਤੋਖ ਵਾਲਾ ਜੀਵਨ ਬਣੇਗਾ ਅਤੇ ਸਾਰੀ ਖਲਕਤ ਵਿੱਚ ਉਹ ਪ੍ਰਭੂ ਹੀ ਵਸਦਾ ਦਿਸੇਗਾ। ਉਗਤ ਗਿਆਨ ਦਇਆ ਭੰਡਾਰਨ, ਖਟ ਖਟ ਵਾਜੇ ਨਾਦ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਸੰਜੋਗ ਵਿਜੋਗ ਦੋਇ ਕਾਰ ਚਲਾਵੇ, ਲਿਖੇ ਆਵੇ ਭਾਗ। ਪਦਰਥ, ਭੁਗਤ ਚੂਰਮਾ, ਭੰਡਾਰਨ ਭੰਡਾਰਾ ਵਰਤਾਨ ਵਾਲੀ, ਘਟ ਘਟ ਹਰੇਕ ਸਰੀਰ ਵਿੱਚ। ਵਾਜੇ ਵੱਜ ਰਹੇ ਹਨ। ਨਾਦ ਸ਼ਬਦ, ਜੋਗੀ ਭੰਡਾਰਾ ਖਾਣ ਵੇਲੇ ਇੱਕ ਨਾਦੀ ਵਜਾਉਂਦੇ ਹਨ, ਜੋ ਉਹਨਾਂ ਆਪਣੇ ਗਲ ਵਿੱਚ ਲਟਕਾਈ ਹੁੰਦੀ ਹੈ। ਆਪ ਅਕਾਲ ਪੁਰਖ ਆਪ, ਨਾਥੀ ਨੱਥੀ ਹੋਈ ਵਸ ਵਿੱਚ ਸਭ ਸਾਰੀ ਸ੍ਰਿਸ਼ਟੀ। ਰਿੱਧ ਪ੍ਰਤਾਪ, ਵਡਿਆਈ, ਸਿੱਧ। ਸਿੱਧ ਦੇ ਅੱਖਰੀ ਅਰਥ ਹਨ ਸਫਲਤਾ, ਕਰਾਮਾਤ। 8 ਸਿੱਧੀਆਂ ਇਹ ਹਨ: ਅਣਿਮਾ, ਲਘਿਮਾ, ਪ੍ਰਾਪਤੀ, ਪ੍ਰਾਕਾਮਯ, ਮਹਿਮਾ, ਈਸ਼ਿਤ੍ਰ, ਵਸ਼ਿਤ੍ਰ, ਕਾਮਾਵ, ਸਹਾਇਤਾ। ਅਣਿਮਾ ਇੱਕ ਅਣੂ ਕਿਣ ਕੇ ਜਿੰਨਾ ਛੋਟਾ ਬਣ ਜਾਣਾ। ਲਘਿਮਾ ਬਹੁਤ ਹੀ ਹੌਲੇ ਭਾਰ ਦਾ ਹੋ ਜਾਣਾ। ਪ੍ਰਾਪਤੀ ਹਰੇਕ ਪਦਾਰਥ ਪ੍ਰਾਪਤ ਕਰਨ ਦੀ ਸਮਰੱਥਾ। ਪ੍ਰਾਕਾਮਯ ਅਰਥਾਤ ਸੁਤੰਤਰ ਮਰਜ਼ੀ, ਜਿਸ ਦੀ ਕੋਈ ਵਿਰੋਧਤਾ ਨਾ ਕਰ ਸਕੇ। ਮਹਿਮਾ ਆਪਣੇ ਆਪ ਨੂੰ ਜਿਤਨਾ ਚਾਹੇ ਉਤਨਾ ਹੀ ਵੱਡਾ ਬਣਾਉਣ ਦੀ ਤਾਕਤ। ਈਸ਼ਿਤ੍ਰ ਪ੍ਰਭੁਤਾ। ਵਸ਼ਿਤ੍ਰ ਦੂਜੇ ਨੂੰ ਆਪਣੇ ਵਸ ਵਿੱਚ ਕਰ ਲੈਣਾ।
ਕਾਮਾਬ ਸਹਾਇਤਾ, ਕਾਮ ਆਦਿਕ ਵਿਕਾਰਾਂ ਨੂੰ ਕਾਬੂ ਵਿੱਚ ਰੱਖਣ ਦਾ ਬਲ। ਅਵਰਾ ਹੋਰ ਅਕਾਲ ਪੁਰਖ ਤੋਂ ਪਰੇ ਲੈ ਜਾਣ ਵਾਲੇ। ਸਾਧ ਸਵਾਦ ਚਸਕੇ, ਸੰਜੋਗ ਮੇਲ ਅਕਾਲ ਪੁਰਖ ਦੀ ਰਜ਼ਾ ਦਾ ਉਹ ਅੰਸ਼ ਜਿਸ ਨਾਲ ਜੀਵ ਮਿਲਦੇ ਹਨ ਜਾਂ ਸੰਸਾਰ ਦੇ ਹੋਰ ਕਾਰਜ ਹੁੰਦੇ ਹਨ। ਵਿਜੋਗ ਵਿਛੋੜਾ ਅਕਾਲ ਪੁਰਖ ਦੀ ਰਜ਼ਾ ਦਾ ਉਹ ਅੰਸ਼ ਜਿਸ ਦੀ ਰਾਹੀਂ ਜੀਵ ਵਿਛੜਦੇ ਹਨ ਜਾਂ ਕੋਈ ਹੋਂਦ ਵਾਲੇ ਪਦਾਰਥ ਨਾਸ ਹੋ। ਦੋਵੇਂ ਕਾਰ ਸੰਸਾਰ ਦੀ ਕਾਰ ਚਲਾ ਰਹੇ ਹਨ। ਜੋਗੀਆਂ ਵਿੱਚ ਭੰਡਾਰੇ ਵਾਸਤੇ ਇੱਕ ਮਨੁੱਖ ਰਸਦ ਲਿਆਉਣ ਵਾਲਾ ਹੁੰਦਾ ਹੈ। ਇਹ ਅਕਾਲ ਪੁਰਖ ਦੀ ਸੰਜੋਗ ਰੂਪ ਸੱਤਾ ਸਮਝ ਲਵੋ। ਦੂਜਾ ਵਰਤਾਉਣ ਵਾਲਾ ਹੁੰਦਾ ਹੈ ਜੋ ਵਿਜੋਗ ਸੱਤਾ ਹੈ। ਲੇਖੇ ਕੀਤੇ ਕਰਮਾਂ ਦੇ ਲੇਖੇ ਅਨੁਸਾਰ ਆਵੇ ਆਉਂਦੇ ਹਨ, ਮਿਲਦੇ ਹਨ। ਭਾਗ ਆਪੋ ਆਪਣੇ ਹਿੱਸੇ। ਜੋਗੀ ਭੰਡਾਰਾ ਵਰਤਾਨ ਵੇਲੇ ਹਰੇਕ ਨੂੰ ਦਰਜਾ ਬਦਰਜਾ ਛਾਂਦਾ ਦੇਈ ਜਾਂਦੇ ਹਨ। ਇਸੇ ਤਰ੍ਹਾਂ ਅਕਾਲ ਪੁਰਖ ਦੀਆਂ ਸੰਜੋਗ ਤੇ ਵਿਜੋਗ ਸੱਤਾ ਸਭ ਜੀਵਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦੇ ਲੇਖੇ ਅਨੁਸਾਰ ਸੁੱਖ ਦੁੱਖ ਦੇ ਛਾਂਦੇ ਵਰਤਾ ਰਹੀਆਂ ਹਨ। ਅਰਥ, हे ਜੋਗੀ, ਅਕਾਲ ਪੁਰਖ ਦੀ ਸਰਬ ਵਿਆਪਕਤਾ ਦਾ ਗਿਆਨ ਸਾਡੇ ਲਈ ਭੰਡਾਰਾ ਯਾਨੀ ਚੂਰਮਾ ਹੋਵੇ। ਦਇਆ ਇਸ ਗਿਆਨ ਰੂਪੀ ਭੰਡਾਰੇ ਦੀ ਵਰਤਾਈ ਹੋਵੇ। ਹਰ ਇੱਕ ਜੀਵ ਦੇ ਅੰਦਰ ਜਿਹੜੀ ਜ਼ਿੰਦਗੀ ਦੀ ਰੌਂ ਚੱਲ ਰਹੀ ਹੈ, ਭੰਡਾਰਾ ਛਕਣ ਵੇਲੇ ਜੇ ਸਾਡੇ ਅੰਦਰ ਇਹ ਨਾਦੀ ਵੱਜ ਰਹੀ ਹੋਵੇ, ਸਾਡਾ ਨਾਥ ਆਪ ਅਕਾਲ ਪੁਰਖ ਹੋਵੇ ਜਿਸ ਦੇ ਵਸ ਵਿੱਚ ਇਹ ਸਾਰੀ ਸ੍ਰਿਸ਼ਟੀ ਹੈ, ਤਾਂ ਕੂੜ ਦੀ ਕੰਧ ਸਾਡੇ ਅੰਦਰੋਂ ਟੁੱਟ ਕੇ ਪਰਮਾਤਮਾ ਨਾਲੋਂ ਸਾਡੀ ਵਿਥ ਮਿਟ ਸਕਦੀ ਹੈ। ਯੋਗ ਸਾਧਨਾ ਦੇ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਸਿੱਧੀਆਂ ਵਿਅਰਥ ਹਨ। ਇਹ ਰਿੱਧੀਆਂ ਸਿੱਧੀਆਂ ਤਾਂ ਕਿਸੇ ਹੋਰ ਪਾਸੇ ਲੈ ਜਾਣ ਵਾਲੇ ਸਵਾਦ ਹਨ, ਵਾਹਿਗੁਰੂ ਤੋਂ ਦੂਰ ਲੈ ਜਾਂਦੇ ਹਨ। ਅਕਾਲ ਪੁਰਖ ਦੀ ਸੰਜੋਗ ਸੱਤਾ ਅਤੇ ਵਿਜੋਗ ਸੱਤਾ ਦੋਵੇਂ ਮਿਲ ਕੇ ਇਸ ਸੰਸਾਰ ਦੀ ਕਾਰ ਨੂੰ ਚਲਾ ਰਹੀਆਂ ਹਨ। ਭਾਵ ਪਿਛਲੇ ਸੰਜੋਗਾਂ ਕਰਕੇ ਪਰਿਵਾਰ ਆਦਿਕ ਦੇ ਜੀਵ ਇੱਥੇ ਆ ਕੇ ਇਕੱਠੇ ਹੁੰਦੇ ਹਨ। ਰਜ਼ਾ ਵਿੱਚ ਫਿਰ ਵਿਛੜ ਕੇ ਆਪੋ ਆਪਣੀ ਵਾਰੀ ਇੱਥੋਂ ਤੁਰ ਜਾਂਦੇ ਹਨ ਅਤੇ ਸਭ ਜੀਵਾਂ ਦੇ ਕੀਤੇ ਕਰਮਾਂ ਦੇ ਲੇਖ ਅਨੁਸਾਰ ਦਰਜਾ ਬਦਰਜਾ ਸੁੱਖ ਅਤੇ ਦੁੱਖ ਦੇ ਛਾਂਦੇ ਸਭ ਨੂੰ ਮਿਲ ਰਹੇ ਹਨ। ਆਪਣਾ ਆਪਣਾ ਹਿੱਸਾ ਮਿਲ ਰਿਹਾ ਹੈ। ਜੇ ਇਹ ਯਕੀਨ ਬਣ ਜਾਏ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਜਾਂਦੀ ਹੈ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸੋ ਕੂੜ ਦੀ ਕੰਧ ਦੂਰ ਕਰਨ ਲਈ ਕੇਵਲ ਉਸ ਅਕਾਲ ਪੁਰਖ ਨੂੰ ਹੀ ਪ੍ਰਣਾਮ ਕਰੋ ਜੋ ਸਭ ਦਾ ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ, ਜੋ ਨਾਸ਼ ਰਹਿਤ ਹੈ ਅਤੇ ਜੋ ਸਦਾ ਇੱਕੋ ਜਿਹਾ ਰਹਿੰਦਾ ਹੈ। ਇਸ ਪੌੜੀ ਦਾ ਭਾਵ ਹੈ ਪ੍ਰਭੂ ਦੇ ਸਿਮਰਨ ਦੀ ਬਰਕਤ ਨਾਲ ਇਹ ਗਿਆਨ ਪੈਦਾ ਹੋਵੇਗਾ ਕਿ ਪ੍ਰਭੂ ਸਭ ਥਾਂ ਭਰਪੂਰ ਹੈ ਤੇ ਸਭ ਦਾ ਸਾਈਂ ਹੈ। ਉਸ ਦੀ ਰਜ਼ਾ ਵਿੱਚ ਜੀਵ ਇੱਥੇ ਆ ਕੇ ਇਕੱਠੇ ਹੁੰਦੇ ਹਨ ਤੇ ਰਜ਼ਾ ਵਿੱਚ ਹੀ ਇੱਥੋਂ ਤੁਰ ਜਾਂਦੇ ਹਨ। ਇਸ ਗਿਆਨ ਦੇ ਪੈਦਾ ਹੋਣ ਨਾਲ ਹੀ ਖਲਕਤ ਨਾਲ ਪਿਆਰ ਕਰਨ ਦੀ ਜਾਂਚ ਆਵੇਗੀ। ਯੋਗ ਅਭਿਆਸ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਸਿੱਧੀਆਂ ਨੂੰ ਉੱਚਾ ਜੀਵਨ ਸਮਝ ਲੈਣਾ ਭੁੱਲ ਹੈ। ਇਹ ਤਾਂ ਸਗੋਂ ਕੁਰਾਹੇ ਲੈ ਜਾਂਦੀਆਂ ਹਨ। ਇਹਨਾਂ ਦੀ ਸਹਾਇਤਾ ਨਾਲ ਜੋਗੀ ਲੋਕ ਆਮ ਜਨਤਾ ਉੱਤੇ ਦਬਾਅ ਪਾ ਕੇ ਉਹਨਾਂ ਨੂੰ ਇਨਸਾਨੀਅਤ ਤੋਂ ਡੇਗਦੇ ਹਨ। ਗੁਰੂ ਨਾਨਕ ਜੀ ਦਾ ਕਹਿਣਾ ਹੈ ਕਿ ਯੋਗ ਸਾਧਨਾ ਨਾਲ ਰਿੱਧੀਆਂ ਸਿੱਧੀਆਂ ਆਦਿ ਸ਼ਕਤੀਆਂ ਤਾਂ ਮਿਲ ਸਕਦੀਆਂ ਹਨ, ਲੇਕਿਨ ਅਧਿਆਤਮਕ ਉੱਚਤਾ ਨਹੀਂ ਮਿਲ ਸਕਦੀ। ਸਤਾਈਵੀਂ ਪੌੜੀ ਵਿੱਚ ਅਸੀਂ ਪੜ੍ਹਿਆ, ਗਾਵੇ ਤੁਹਨੋਂ ਪੌਣ ਪਾਣੀ ਬੈ ਸੰਤ, ਗਾਵੇ ਰਾਜਾ ਧਰਮ ਦੁਆਰੇ। ਇਸ ਵਿੱਚ ਕਿਹਾ ਗਿਆ ਹੈ ਕਿ हे ਅਕਾਲ ਪੁਰਖ, ਤੈਨੂੰ ਪੌਣ ਪਾਣੀ ਤੇ ਬੈਸੰਤਰ ਅਰਥਾਤ ਅਗਨੀ ਵੀ ਗਾ ਰਹੇ ਹਨ। ਇਹ ਕਿਵੇਂ ਸੰਭਵ ਹੈ ਕਿ ਇਹ ਅਚੇਤਨ ਪਦਾਰਥ ਵੀ ਰੱਬ ਦੀ ਉਸਤਤ ਕਰ ਰਹੇ ਹਨ? ਜਰਾ ਸਪਸ਼ਟ ਕਰੋ। ਇਸ ਦਾ ਭਾਵ ਸਮਝਣ ਵਾਲਾ ਹੈ ਕਿ ਪੌਣ ਪਾਣੀ ਬੈਸੰਤਰ ਆਦਿ ਅਚੇਤਨ ਪਦਾਰਥ ਕਿਵੇਂ ਅਕਾਲ ਪੁਰਖ ਦੀ ਸਿਫਤ ਸਲਾਹ ਕਰ ਰਹੇ ਹਨ। ਇਸ ਦਾ ਭਾਵ ਇਹ ਹੈ ਕਿ ਉਸ ਦੇ ਪੈਦਾ ਕੀਤੇ ਸਾਰੇ ਤੱਤ ਵੀ ਉਸ ਦੀ ਰਜ਼ਾ ਵਿੱਚ ਤੁਰ ਰਹੇ ਹਨ। ਰਜ਼ਾ ਵਿੱਚ ਤੁਰਨਾ ਹੀ ਉਸ ਦੀ ਸਿਫਤ ਸਲਾਹ ਕਰਨੀ ਹੈ। ਹੁਕਮ ਵਿੱਚ ਰਹਿਣਾ ਹੀ ਉਸ ਦੀ ਉਸਤਤ ਹੈ। ਇਸੇ ਨਾਲ ਅੱਜ ਦਾ ਇਹ ਸੈਸ਼ਨ ਸਮਾਪਤ ਹੁੰਦਾ ਹੈ। ਤਹਿ ਦਿਲੋਂ ਆਪ ਸਭ ਦਾ ਧੰਨਵਾਦ। ਅਰਥ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਸੰਗਤ ਬਖਸ਼ਣਹਾਰ ਹੈ, ਖਿਮਾ ਬਖਸ਼ਣ। ਵਾਹਿਗੁਰੂ ਆਪ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ। ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ, ਸੁਝਾਅ ਵੀ ਦਿਓ। ਹੁਣ ਦਿਓ ਇਜਾਜ਼ਤ, ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।